हेलो फ्रेंड्स, गुड मॉर्निंग एंड वेलकम बैक टू आर पंजाब एग्जाम्स चैनल। जिमें कि तुहानू सारिਆਂ ਨੂੰ पता है कि साडे सामने बहुत सारे पंजाब गवर्नमेंट एग्जाम सामने ने और साडी प्रिपरेशन के लिए करंट अफेयर बहुत ही वड्डा रोल प्ले करता है। सो करंट अफेयर एंड जीएस जिसका स्ट्रोंग होगा उसनू बहुत ही घट मेहनत करेगा और एग्जाम्स क्लीयर कर लेगा। सो बेसिकली साडा मोटिव यही है कि असीं एग्जाम क्लीयर कर लीए। मैथ्स रीजनिंग तो हर कोई कर लैंदा है, लेकिन जिथे बाजी मारनी है वह साडी करंट अफेयर एंड जीएस ने मारनी है। सो फिलहाल साडे बहुत सारे एग्जाम्स ने जिमें कि FCI असिस्टेंट ग्रेड 3 एग्जाम है और इंडियन पोस्ट की बहुत ही ज़्यादा वैकेंसी निकली है इस टाइम ਤੇ। सो ਹੁਣ ਘੱਟ ਟਾਈਮ 'ਚ ਤੁਸੀਂ ਵੱਧ ਤੋਂ ਵੱਧ ਤੁਸੀਂ ਕਿਵੇਂ ਤਿਆਰੀ ਕਰ ਸਕਦੇ ਹੋ। ਐਵੇਂ ਨਹੀਂ ਕਹਿ ਰਹੀ ਮੈਂ ਕਿਸੇ ਇੱਕ ਹਫ਼ਤੇ 'ਚ ਸਾਰਾ ਕਰੰਟ ਅਫੇਅਰ ਨਿਬੇੜ ਦੇਵਾਂਗੇ, ਨਹੀਂ। ਸਾਡੇ ਤੋਂ ਫਿਲਹਾਲ 1 ਮਹੀਨਾ 1.5 ਮਹੀਨਾ ਲੈ ਕੇ ਚੱਲੋ, ਇੰਨਾ ਕੁ ਤਾਂ ਟਾਈਮ ਹੈਗਾ ਹੈ। ਸੇਫ ਪਲੇ ਕਰ ਰਹੇ ਹਾਂ ਫਿਲਹਾਲ ਤਾਂ ਅਸੀਂ। ਮੈਂ ਡੇਲੀ ਦਾ ਡੇਲੀ ਤੁਹਾਨੂੰ ਕਰੰਟ ਅਫੇਅਰ ਪੜ੍ਹਾਵਾਂਗੀ। ਅਸੀਂ ਐਵੇਂ ਨਹੀਂ ਕਿ ਜੋ ਅੱਜ ਦੀ ਨਿਊਜ਼ ਆਈ ਹੈ ਸਿਰਫ ਉਹੀ ਪੜ੍ਹਾਂਗੇ। ਅੱਜ ਦੀ ਨਿਊਜ਼ ਦੇ ਨਾਲ ਰਿਲੇਟਡ ਜਿੰਨੇ ਵੀ ਸਾਡੀ ਨਿਊਜ਼ ਕਵਰ ਹੁੰਦੀਆਂ ਨੇ, ਜੋ ਪ੍ਰੀਵੀਅਸਲੀ ਜੋ ਕੁਛ ਹੋਇਆ ਹੈ, ਜੋ ਸਾਨੂੰ ਯਾਦ ਕਰਨਾ ਚਾਹੀਦਾ ਹੈ, ਉਹ ਤੁਹਾਨੂੰ ਐਵੇਂ ਰੱਟਾ ਮਾਰਨ ਦੀ ਲੋੜ ਨਹੀਂ ਹੈ। ਵੀਡੀਓ ਦੇਖਦੇ ਨਾਲ ਹੀ ਤੁਹਾਡੀ ਰਿਵੀਜ਼ਨ ਮੈਂ ਹੀ ਕਰਵਾਵਾਂਗੀ। ਬਸ ਇੰਨਾ ਕੁ ਸਾਥ ਦੇਣਾ ਕਿ ਤੁਸੀਂ ਡੇਲੀ ਦਾ ਵੀਡੀਓ ਔਰ ਪੂਰਾ ਫੁੱਲ ਵੀਡੀਓ ਜ਼ਰੂਰ ਦੇਖਣਾ ਹੈ, ਇੱਕ ਵੀ ਨਾਗਾ ਨਹੀਂ ਪਾਉਣਾ ਹੈ। ਸੋ ਕਰੰਟ ਅਫੇਅਰ ਅਸੀਂ ਸ਼ੁਰੂਆਤ ਕਰਦੇ ਹਾਂ। ਨਾਲ ਦੀ ਨਾਲ ਤੁਸੀਂ ਮੇਰੇ ਨਾਲ ਪੜ੍ਹੋਗੇ ਤੁਹਾਨੂੰ ਪਤਾ ਹੀ ਚੱਲ ਜਾਏਗਾ ਕਿ ਤੁਹਾਨੂੰ ਇਸ ਤੋਂ ਵਧੀਆ ਸੋਰਸ ਇਨ ਪੰਜਾਬੀ ਐਂਡ ਇੰਗਲਿਸ਼ ਕਿਤੇ ਨਹੀਂ ਮਿਲੇਗਾ। ਸੋ ਬਹੁਤ ਹੀ ਜ਼ਿਆਦਾ ਸਟੀਕ ਔਰ ਹਰ ਇੱਕ ਤਰ੍ਹਾਂ ਦਾ ਅਸੀਂ ਬਰੀਫਲੀ ਕਰਾਂਗੇ, ਡੀਪ ਡਾਊਨ ਸਟੱਡੀ ਕਰਾਂਗੇ। ਸੋ ਤੁਸੀਂ ਨਾਲ ਰਹਿਣਾ ਹਮੇਸ਼ਾ। ਸਭ ਤੋਂ ਪਹਿਲਾਂ ਅਸੀਂ ਅੱਜ ਦਾ ਕਰੰਟ ਅਫੇਅਰ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਇੱਕ ਥੋਟ ਦੇ ਨਾਲ ਚੱਲਾਂਗੇ। that is, a little progress each day adds up to big results। ਅਸੀਂ ਹਰ ਰੋਜ਼ ਦੇ ਥੋੜ੍ਹੇ ਆਪਣੇ ਜੋ ਇਨੀਸ਼ੀਏਟਿਵ ਲਵਾਂਗੇ ਜ਼ਿੰਦਗੀ ਦੇ ਵਿੱਚ, ਅਸੀਂ ਤਾਂ ਹੀ ਪੇਪਰ ਕੱਢਾਂਗੇ। ਡੇਲੀ ਦਾ ਕਰੰਟ ਅਫੇਅਰ ਪੜ੍ਹਾਂਗੇ ਤਾਂ ਹੀ ਜਾ ਕੇ ਅਸੀਂ, ਅਗਰ ਅਸੀਂ 1 ਮੰਥ 2 ਮੰਥ ਅਸੀਂ ਕੰਟੀਨਿਊਸਲੀ ਪੜ੍ਹਾਂਗੇ ਤਾਂ ਹੀ ਸਾਨੂੰ ਕੁਛ ਪੱਲੇ ਪਏਗਾ, ਪੇਪਰ 'ਚ ਲਿਖਣ ਜੋਗੇ ਹੋਵਾਂਗੇ। ਅਗਰ ਤੁਸੀਂ ਕੋਈ ਇੱਕ ਹਫ਼ਤੇ ਦੇ ਵਿੱਚ ਸਭ ਕੁਛ ਹੋ ਜਾਏ, ਐਵੇਂ ਕੁਛ ਨਹੀਂ ਹੁੰਦਾ। ਹੁਣ ਤੋਂ ਪੜ੍ਹਾਈ ਸਟਾਰਟ ਕਰ ਦਿਓ। ਮੇਨਲੀ ਅਸੀਂ ਟਾਰਗੇਟ ਹੈਗਾ FCI ਅਸਿਸਟੈਂਟ ਐਂਡ ਆਪਣਾ ਪੋਸਟ ਆਫਿਸ ਦਾ, ਔਰ ਇਸ ਦੇ ਨਾਲ ਕਰੰਟ ਅਫੇਅਰ ਤਾਂ ਹਰ ਇੱਕ ਐਗਜ਼ਾਮਸ ਵਿੱਚ ਆਉਂਦਾ ਹੈ, ਲੇਕਿਨ ਅਸੀਂ ਫਿਲਹਾਲ ਅਸੀਂ ਇਹਨਾਂ ਪੇਪਰਸ ਨੂੰ ਲੈ ਕੇ ਚੱਲਣੇ ਹਾਂ ਕਿ ਅਸੀਂ ਇਹਨਾਂ ਦੋਨਾਂ ਪੇਪਰ 'ਚ ਕਿਸੇ ਨਾ ਕਿਸੇ ਇੱਕ ਪੇਪਰ ਨੂੰ ਤਾਂ ਕੱਢ ਹੀ ਲੈਣਾ ਹੈ। ਸੋ ਪਹਿਲੀ ਨਿਊਜ਼ ਹੈ ਸਾਡੀ ਇੰਡੀਅਨ ਨੇਵੀ ਡੇ। ਇੰਡੀਅਨ ਨੇਵੀ ਡੇ ਕਦੋਂ ਮਨਾਇਆ ਜਾਂਦਾ ਹੈ? 4 ਦਸੰਬਰ ਨੂੰ ਮਨਾਇਆ ਜਾਂਦਾ ਹੈ। ਜਿਵੇਂ ਕਿ 4 ਦਸੰਬਰ ਤੁਸੀਂ ਯਾਦ ਰੱਖਣਾ ਹੈ ਇੰਡੀਅਨ ਨੇਵੀ ਡੇ। ਔਰ ਇਹਦੇ ਨਾਲ ਰਿਲੇਟਡ ਹੋਰ ਵੀ ਅਸੀਂ ਨਿਊਜ਼ ਦੇ ਨਾਲ ਰਿਲੇਟਡ ਦੇਖ ਲੈਂਦੇ ਹਾਂ ਕਿਹੜੇ ਡੇਜ਼ ਨੇ ਨੇੜੇ ਤੇੜੇ। 1 ਦਸੰਬਰ ਨੂੰ ਵਰਲਡ ਏਡਸ ਡੇ, 5 ਦਸੰਬਰ ਨੂੰ ਸੋਇਲ ਡੇ। ਸੋ ਅੱਜ 5 ਦਸੰਬਰ ਹੈ, ਅੱਜ ਸੋਇਲ ਡੇ ਹੈ। ਮੈਂ ਕੱਲ੍ਹ ਦਾ ਨਿਊਜ਼ਪੇਪਰ ਕਵਰ ਕਰ ਰਹੀ ਹਾਂ। ਸੋ ਇੱਕ ਦਿਨ ਸਾਡਾ ਡਿਲੇ ਚੱਲੇਗਾ ਬਿਕੋਜ਼ ਨਿਊਜ਼ਪੇਪਰ ਪੜ੍ਹਨ ਅਤੇ ਉਹਦੇ ਵਿੱਚ ਕਾਟ ਛਾਟ ਕਰਨ 'ਚ, ਹੈਂਡਮੇਡ ਨੋਟਸ ਬਣਾਉਣ 'ਚ ਟਾਈਮ ਲੱਗ ਜਾਂਦਾ ਹੈ। ਬੈਸਟ ਕੁਆਲਿਟੀ ਦੇ ਨੋਟਸ ਮਿਲਣਗੇ। ਸੋ ਯਾਦ ਰੱਖਣਾ ਤੁਸੀਂ 4 ਦਸੰਬਰ ਨੂੰ ਕੀ ਮਨਾਇਆ ਜਾਂਦਾ ਹੈ? ਇੰਡੀਅਨ ਨੇਵੀ ਡੇ। ਐਂਡ 1 ਦਸੰਬਰ ਨੂੰ ਵਰਲਡ ਏਡਸ ਡੇ, 5 ਦਸੰਬਰ ਨੂੰ ਸੋਇਲ ਡੇ। ਅੱਜ ਮੈਂ ਪੜ੍ਹਾਵਾਂਗੀ, ਤੁਸੀਂ ਸਿਰਫ ਅੱਜ ਸੁਣਨਾ ਹੈ। ਕੱਲ੍ਹ ਦਾ ਜਿਹੜਾ ਦਿਨ ਚੜੂਗਾ, ਕੱਲ੍ਹ ਦਾ ਜੋ ਲੈਕਚਰ ਹੋਏਗਾ, ਮੈਂ ਅੱਧਾ ਪੜ੍ਹਾਵਾਂਗੀ, ਅੱਧਾ ਤੁਸੀਂ ਖੁਦ ਰਿਪੀਟ ਕਰੋਗੇ ਬਿਕੋਜ਼ ਮੈਂ ਕੁਐਸ਼ਨਿੰਗ ਕਰਾਂਗੀ ਨਾਲ ਦੇ ਨਾਲ। ਐਵੇਂ ਨਹੀਂ ਕਿ ਅਸੀਂ ਜੋ ਅੱਜ ਪੜ੍ਹ ਦਿੱਤਾ, ਅੱਜ ਦੀ ਨਿਊਜ਼ ਅੱਜ ਹੀ ਛੱਡ ਦਿੱਤੀ। ਕੱਲ੍ਹ ਜੋ ਲੈਕਚਰ ਲਵਾਂਗੀ, ਕੱਲ੍ਹ ਪਿਛਲੀਆਂ ਨਿਊਜ਼ ਵੀ ਰਿਵੀਜ਼ਨ ਵਿੱਚ ਚੱਲਣਗੀਆਂ। ਸੋ ਅੱਗੇ ਅਸੀਂ ਪੜ੍ਹਦੇ ਹਾਂ ਕਿ ਜੋ ਇੰਡੀਅਨ ਨੇਵੀ ਡੇ ਅਸੀਂ 4 ਦਸੰਬਰ ਨੂੰ ਮਨਾਇਆ, ਕਿ ਇਹਦੇ ਪਿੱਛੇ ਕੋਈ ਹਿਸਟਰੀ ਹੈ? ਹਾਂ ਜੀ, ਜ਼ਰੂਰ ਹਿਸਟਰੀ ਤਾਂ ਹੈਗੀ। ਅਸੀਂ ਉਹਨੂੰ ਵੀ ਪੜ੍ਹਾਂਗੇ ਬਿਕੋਜ਼ ਅਗਰ ਹਿਸਟਰੀ ਯਾਦ ਰਹੇਗੀ ਸਾਨੂੰ, ਨਾਲ ਦੀ ਨਾਲ GS ਵੀ ਪ੍ਰਪੇਅਰ ਹੋ ਜਾਏਗਾ, GK ਜਿਹਨੂੰ ਤੁਸੀਂ ਕਹਿੰਦੇ ਹੋ, ਔਰ ਨਾਲ ਦੀ ਨਾਲ ਸਾਡਾ ਕਰੰਟ ਵੀ ਜਾਏਗਾ। 1971 1971 ਦੀ ਗੱਲ ਹੈ ਕਿ ਜਦੋਂ ਪਾਕਿਸਤਾਨ, ਈਸਟ ਪਾਕਿਸਤਾਨ ਦੀ ਗੱਲ ਕਰ ਰਹੇ ਹਾਂ, ਜਿਸ ਨੂੰ ਅਸੀਂ ਅੱਜ ਦੇ ਜ਼ਮਾਨੇ ਵਿੱਚ ਬੰਗਲਾਦੇਸ਼ ਕਹਿੰਦੇ ਹਾਂ। ਈਸਟ ਪਾਕਿਸਤਾਨ ਪਹਿਲਾਂ ਪਾਕਿਸਤਾਨ ਦੇ ਅੰਦਰ ਹੀ ਆਉਂਦਾ ਸੀ। ਸੋ ਕੀ ਹੋਇਆ, ਉਹਨਾਂ ਨੇ ਇੱਕ ਨਾ ਓਪਰੇਸ਼ਨ ਸਟਾਰਟ ਕਰ ਦਿੱਤਾ ਸੀ, ਸਰਚ ਲਾਈਟ, ਪਾਕਿਸਤਾਨ ਵਾਲਿਆਂ ਨੇ। ਇਸ ਸਰਚ ਲਾਈਟ ਦੇ ਵਿੱਚ ਕੀ ਹੋ ਰਿਹਾ ਸੀ ਕਿ ਬੰਗਲਾਦੇਸ਼ ਦੇ ਜੋ ਉੱਥੋਂ ਦੇ ਨਿਵਾਸੀ ਸੀ ਨਾ, ਉਹਨਾਂ ਦੇ ਕਤਲ ਬਹੁਤ ਹੋ ਰਹੇ ਸੀ, ਹੱਤਿਆਵਾਂ ਕੀਤੀਆਂ ਜਾ ਰਹੀਆਂ ਸਨ। ਸੋ ਇਸ ਨੂੰ ਮੁੱਖ ਰੱਖਦੇ ਹੋਏ ਕਿ ਉੱਥੇ ਦੇ ਲੋਕਾਂ ਨੇ ਇੰਡੀਆ ਵਾਲਿਆਂ ਨੂੰ ਫਰਿਆਦ ਕੀਤੀ ਕਿ ਪਲੀਜ਼ ਸਾਨੂੰ ਬਚਾ ਲਓ, ਸਾਡੇ ਕਤਲ ਹੋ ਰਹੇ, ਪਾਕਿਸਤਾਨ ਗੌਰਮੈਂਟ ਸਾਡੀ ਕਤਲ ਕਰ ਰਹੀ ਹੈ। ਸੋ ਇੰਡੀਆ ਵਾਲਿਆਂ ਨੇ ਇਸ ਨੂੰ ਮੁੱਖ ਰੱਖਦੇ ਹੋਏ ਇੱਕ ਓਪਰੇਸ਼ਨ ਸਟਾਰਟ ਕੀਤਾ ਜਿਸ ਨੂੰ ਕਿਹਾ ਜਾਂਦਾ ਹੈ ਓਪਰੇਸ਼ਨ ਟਰਾਈਡੈਂਟ। ਓਪਰੇਸ਼ਨ ਟਰਾਈਡੈਂਟ ਨੇ ਕੀ ਕੀਤਾ, ਰਾਤੋਂ ਰਾਤ ਉਹਨਾਂ ਨੇ ਸੋਚ ਲਿਆ ਕਿ ਹਾਂ ਅਸੀਂ ਇਸ ਜੋ ਈਸਟ ਪਾਕਿਸਤਾਨ ਦੇ ਲੋਕ ਜੋ ਸਾਡੇ ਤੋਂ ਫਰਿਆਦ ਲੈ ਕੇ ਆ ਰਹੇ ਸੀ, ਉਹਨਾਂ ਦੀ ਹੈਲਪ ਜ਼ਰੂਰ ਕਰਾਂਗੇ। ਉਹਨਾਂ ਨੇ ਕੀ ਕੀਤਾ ਕਿ ਪਾਕਿਸਤਾਨ 'ਤੇ ਹਮਲਾ ਕਰ ਦਿੱਤਾ। ਸੋ ਜੋ
कराची पोर्ट सी उसनूं डिस्ट्रॉय कर दिता। कराची पोर्ट ਨੂੰ डिस्ट्रॉय जिस दिन ਕੀਤਾ सो इंडियन नेवी ਦਾ पार्ट बन गया ये सारा इंसीडेंट। सो उस दिन ही साढ़े इंडियन नेवी की फाउंडेशन रख दी गई। सो असी बेसिकली देखिए कि फादर ऑफ इंडियन नेवी कौन सन। फादर कहा जाता है छत्रपति महाराज जी ਨੂੰ जो मराठा इंपायर ਦੇ सन। सो इन्हां दी कैपिटल कित्थे है पुणे और स्टैचू इस टाइम ते कित्थे बनाया जा रहा महाराजा छत्रपति जी का पुणे दे विच ही बनाया जा रहा है। और पिछले कुछ दिनों की न्यूज़ है अस तो अज स्टार्ट कर रहे हैं लेकिन पेपर तो पहलां तो पढ़ रही हाँ। सो पिछला भी तुहानूं रिवीजन नाल दी नाल करवा दिंदी हाँ। जो फस्ट टाइम एक्सरसाइज का नाम है मिलान एक्सरसाइज। जो मिलान एक्सरसाइज है मोस्टली कित्थे हुंदी सी आंध्रा अंडेमान ते निकोबार विच हुंदी सी। लेकिन फस्ट टाइम की हो रही है कित्थे विजाग दे विच आंध्र प्रदेश के विच एक्सरसाइज नूं मनाया जा रहा है। सो कमांडर इन चीफ कौन होंदे ने जिद्दां कि साडी इंडियन नेवी एयरफोर्स हो गई तो मतलब कि आर्मी वगैरह हो गई इन्हां दी सारी कमांड ना सब तो वध कमांडर इन चीफ सब तो वध कमांड जिहदे कोल किहदे कोल हुंदी है प्रैजिडेंट कोल हुंदी है। इस टाइम साडा प्रैजिडेंट कौन है द्रौपदी मुर्मू जी। सो इहदे नाल नाल तुसीं ये भी याद रखना है स्टैटिक एड सी डी एस के चीफ कौन सन इस टाइम ते अनिल चौहान जी। सो इंडियन नेवी के हैड कौन सन एडमायरल आर हरी कुमार जी। पहला दिन है बहुत सारे नाम आएंगे कन्फ्यूजन भी होएगी कोई गल नहीं की करना है हुण नाल दी नाल माइंड च रखी जाओ जिद्दां कि हरी कुमार है ना तुहाडे पिंड गली मल्ले किसी का नाम तो हरी तो होएगा ना। सो एवें ना कुछ रिलेट कर लिया करो कि हाँ बई वो वाला साडा हैड हैगा इंडियन नेवी का। नहीं याद हुंदा है असी डेली रिवीजन करांगे अपने आप याद हो जाएगा डोंट वरी। सो इंडियन नेवी ने अपना न्यू सिंबल मैं हाथ नाल ड्रॉ किया है लेकिन तुसी देख लेना इमेजेस वगैरह विच इन्ना जरूरी नहीं है लेकिन उन्होंने अपना जो न्यू सिंबल उन्होंने लॉन्च किया फिलहाल ही। इंडियन नेवी का फाउंडड कदों हुई सी 26 जनवरी 1950 ਨੂੰ। थीम की रखा गया इंडियन नेवी का इस टाइम का जो हुण जी मनाया जा रहा है ना जन्मदिन का दैट इज़ स्वर्णिम विजय वर्ष। स्वर्णिम विजय वर्ष मीनस कि 50th जो साल ने इन्होंने पूरे कर लिए। सो बांग्लादेश दे नाल जो साडी जो लाइन हुंदी है ना जिद्दां कि बॉर्डर लाइन जिन्होंने असीं बोलते हैं इंडिया की उहदा नाम हैगा रैड क्लिफ। सो ये कदों मनाते हैं बांग्लादेश वाले अपना लिबरेशन डे दैट इज़ ऑन 26 ऑफ मार्च ਨੂੰ। आर्मी डे कदों मनाया जाता है 15 जनवरी ਨੂੰ। आर्मी के हैड कौन सन मनोज पांडे जी। सो मनोज पांडे ने फिलहाल 2 कंट्रीज़ ने सन्मानित किया दैट इज़ नेपाल वाले ने ते फ्रांस वाले ने। फ्रांस कित्थे पेरिस दे विच। कारगिल मैमोरीयल डे जिन्हों असी ऑपरेशन विजय भी कहा जाता है ये कदों मनाया जाता है 26 जुलाई 1999 की गल है 26 जुलाई को मनाया जाता है। इंडियन एयरफोर्स फ्लैग डे 7 दिसंबर ਨੂੰ। फस्ट टाइम कदों मनाया गया 1949 ਨੂੰ। कॉन्स्टिट्यूशनल डे 26 नवंबर 1949 ਨੂੰ और मीनस कि कॉन्स्टिट्यूशनल डे असी इनैक्ट किया सी और 1950 तक असी इनू लागू कर दिता। एयरफोर्स डे कदों मनाया जाता है 8 अक्तूबर ਨੂੰ। सो इंडियन कोड फ्लैग जो हैगा ये सी अमेंडमेंट की है कि असी पहला सी ना कि इस टाइम पर पहराना है इस सूरज चढ़ते लहराना है तो सूरज लैंदे असी उतार लेना है लेकिन ये असी हुण अमेंडमेंट आई है रिसेंटली हुई है। सो ये यही तुसी याद रखना है कि ये एक्सैप्ट कदों किया इंडियन फ्लैग में साडा नैशनल फ्लैग हैगा दैट इज़ 22 जुलाई 1947 ਨੂੰ। सो ये सी एक छोटी जी न्यूज़ आई सी कि इंडियन नेवी डे 4 दिसंबर ਨੂੰ मनाया जाता है। उस छोटी जी न्यूज़ तो असी कितनी सारिया न्यूज़ कढ़ लियाँ जिमें कि एड्स डे कदों मनाते हैं 5 दिसंबर सोइल डे हो गया। इंडियन नेवी की सारी हिस्टरी सुना दी मैं तुहानूं इहदा फादर कौन है किहड़ा प्रोग्राम रिसेंटली कोई एक्सरसाइज हुई होएगी कमांडर इन चीफ दी की कौन सन द्रौपदी मुर्मू तो किहड़ियां शक्तियां सन किहड़ी फोर्सिस इन्हां दे अंडर आंदियां ने। सो हैड कौन कौन सन और रिसेंटली जो 50th डे मनाया गया ना 50 साल पूरे होंदे नेवी दे उन्हां दा थीम की स्वर्णिम विजय वर्ष। बांग्लादेश ते इंडियन आर्मी कारगिल बारे आर्मड फोर्सिस फ्लैग बारे एयरफोर्स बारे सब कुछ पढ़ लिया। इसनूं कहंदे ने डीप डाउन स्टडी। होपफुली तुहानूं मेरा तरीका पसंद आया होएगा। बस तुसी डटे रहना है फुल वीडियो देखनी है तो जरूर हर एक गल पल्ले पेगी। अज तुसी पढ़ रहे हो कल तुसी मैनू पढ़ाओगे बिकॉज मैं क्वेश्चनिंग करांगी तुसी आंसर दवोगे सब कुछ असी रिपीट ते चलांगे। सो अगली न्यूज़ हैगी न्यूज़ नंबर 2 दैट इज़ ऐप लॉन्च्ड फॉर ब्रॉडकास्टिंग सर्विस एट एयरपोर्ट।
ਜਿੱਦਾਂ ਕਿ ਤੁਸੀਂ ਏਅਰਪੋਰਟ 'ਤੇ ਜਾਂਦੇ ਹੋਵੋਗੇ ਨਾ, ਉੱਥੇ ਕਿੰਨੀ ਵਾਰੀ ID ਪ੍ਰੂਫ ਦਿਖਾਉਣੇ ਪੈਂਦੇ ਆ ਸਾਨੂੰ। ਸੋ ਉਹਨਾਂ ID ਪ੍ਰੂਫ ਨੂੰ ਅਸੀਂ ਘੱਟ ਕਰਨਾ ਚਾਹੁੰਦੇ ਹਾਂ, ਬਿਕੋਜ਼ ਇਹ ਬੜਾ ਮਤਲਬ ਹੈਕਟਿਕ ਕੰਮ ਹੋ ਗਿਆ। ਅਸੀਂ ਕੀ ਚਾਹੁੰਦੇ ਹਾਂ, ਡਿਜੀਟਲਾਈਜੇਸ਼ਨ ਆਫ ਇੰਡੀਆ। ਕਿ ਅਸੀਂ ਹੁਣ ਜਿੱਦਾਂ ਸਾਡਾ ਫੇਸ ਲੁੱਕ ਹੁੰਦਾ ਨਾ ਫ਼ੋਨ ਦੇ ਵਿੱਚ, ਅਸੀਂ ਫੇਸ ਲੁੱਕ ਤੋਂ ਅਸੀਂ ਲੋਕ ਖੋਲ੍ਹ ਲੈਂਦੇ ਹਾਂ, ਉਵੇਂ ਹੀ ਏਅਰਪੋਰਟ ਦੇ ਵਿੱਚ ਨਿਊ ਸਰਵਿਸ ਆਈ ਹੈ ਕਿ ਉਹ ਸਾਡਾ ਫੇਸ ਸਕੈਨ ਕਰਕੇ ਹੀ ਸਾਨੂੰ ID ਬਾਰ-ਬਾਰ ਦਿਖਾਉਣ ਦੀ ਲੋੜ ਨਹੀਂ ਪਏਗੀ। ਔਰ ਉਸ ਐਪ ਦਾ ਕੀ ਨਾਮ ਹੈ, ਡੀਜੀ ਯਾਤਰਾ ਐਪ। ਨਾਮ ਦਾ ਐਪ ਦਾ ਕੀ ਨਾਮ ਹੈ, ਡੀਜੀ ਯਾਤਰਾ ਐਪ। ਸੋ ਇਹ ਫਿਲਹਾਲ ਅਸੀਂ ਏਮ ਰੱਖਿਆ ਕਿ 7 ਏਅਰਪੋਰਟ ਦੇ ਵਿੱਚ ਅਸੀਂ ਲਾਂਚ ਕਰਾਂਗੇ। ਫਿਲਹਾਲ ਦਿੱਲੀ, ਬੈਂਗਲੁਰੂ ਔਰ ਵਾਰਾਣਸੀ ਦੇ ਏਅਰਪੋਰਟਸ ਦੇ ਵਿੱਚ ਇਸ ਨੂੰ ਲਾਂਚ ਕਰ ਦਿੱਤਾ ਹੈ। ਮਾਰਚ 2023 ਦੇ ਤੱਕ ਅਸੀਂ 7 ਏਅਰਪੋਰਟ ਅਸੀਂ ਜ਼ਰੂਰ ਹੀ ਕਰਨੇ ਆ। ਡੀਜੀ ਯਾਤਰਾ ਫਾਊਂਡੇਸ਼ਨ ਜੋ ਇਹ ਕਿਹਦੇ ਦੁਆਰਾ ਕੀਤੀ ਗਈ ਹੈ, ਮਿਨਿਸਟਰੀ ਆਫ MO ਦਾ ਮੈਂ ਸ਼ੋਰਟ ਫਾਰਮ 'ਚ ਲਿਖ ਰਹੀ ਹਾਂ, ਸਮਝ ਰਹੇ ਹੋ ਨਾ ਤੁਸੀਂ, ਮਿਨਿਸਟਰੀ ਆਫ ਸਿਵਲ ਐਵੀਏਸ਼ਨ। ਔਰ ਇਹਨਾਂ ਦੇ ਹੈੱਡ ਕੌਣ ਨੇ, ਜੋਤੀ ਰਾਓ ਸਿੰਧੀਆ ਜੀ। ਸੋ ਇਹਨਾਂ ਦੇ ਅੰਡਰ ਇਹ ਕੰਮ, ਇਹ ਐਪ ਵਗੈਰਾ ਕੀਤੇ ਕਿ ਫੇਸ ਦੀ ਅਸੀਂ ਫੇਸ਼ੀਅਲ ਸਕੈਨ ਕਰਾਂਗੇ ਔਰ ਅਸੀਂ ਡਿਜੀਟਲਾਈਜੇਸ਼ਨ ਵੱਲ ਇੱਕ ਕਦਮ बढ़ाਉਂਦੇ ਹਾਂ। ਸੋ ਸਿੰਗਾਪੁਰ, ਦੁਬਈ, UAE ਦੇ ਵਿਚਕਾਰ ਵਿੱਚ ਅਸੀਂ ਆਲਰੇਡੀ ਸਭ ਕੁਛ ਹੋ ਚੁੱਕਿਆ ਹੈ। ਹੈਨਲੀ ਪਾਸਪੋਰਟ ਇੰਡੈਕਸ ਦੀ ਗੱਲ ਕਰੀਏ, ਇੱਕ ਤੁਹਾਨੂੰ ਅਗਰ ਨਵੇਂ ਸਟੂਡੈਂਟ ਹੋ ਤੁਹਾਨੂੰ ਨਹੀਂ ਪਤਾ ਹੋਏਗਾ ਕੀ ਹੁੰਦਾ ਹੈ। ਜਿੱਦਾਂ ਕਿ ਅਸੀਂ ਆਪਣੀ ਰੈਂਕਿੰਗ ਦਿੰਦੇ ਹਾਂ, ਸਾਡਾ ਪਿੰਡ ਪਹਿਲੇ ਨੰਬਰ 'ਤੇ ਹੈ, ਸਫਾਈ 'ਤੇ ਪਹਿਲੇ ਨੰਬਰ 'ਤੇ ਹੈ, ਪਾਪੂਲੇਸ਼ਨ 'ਤੇ ਪਹਿਲੇ ਨੰਬਰ 'ਤੇ ਹੈ, ਐਵੇਂ ਕੀ ਹੈ, ਅਸੀਂ ਇੱਕ ਨੈਸ਼ਨਲ ਲੈਵਲ 'ਤੇ ਚੱਲਦੇ ਹਾਂ। ਪੇਪਰ ਦੇ ਹਿਸਾਬ ਦੇ ਨਾਲ ਸਾਡਾ ਰੈਂਕ ਹੈ ਉਹ ਸਾਡਾ ਨਿਊਜ਼ ਦਾ ਵੱਡਾ ਹੋਏਗਾ ਨਾ। ਇੱਥੇ ਇੰਡੈਕਸ ਤਿਆਰ ਕੀਤੇ ਜਾਂਦੇ ਆ ਪੂਰੀ ਦੁਨੀਆ ਦੇ, ਅਲੱਗ-ਅਲੱਗ ਦੇਸ਼ ਪਾਰਟੀਸਪੇਟ ਕਰਦੇ ਕਿ ਹਾਂ ਬਈ ਇਹ ਪਹਿਲਾ ਦੇਸ਼ ਪਹਿਲੇ ਨੰਬਰ 'ਤੇ ਹੈ। ਹਰ ਇੱਕ ਚੀਜ਼ ਦਾ ਉਹ ਹੈਨਲੀ ਪਾਸਪੋਰਟ ਇੰਡੈਕਸ ਦੇ ਵਿੱਚ ਕਿਆ ਹੈ, ਟੈਕਨੋਲੋਜੀ ਨਾਲ ਰਿਲੇਟਡ ਹੈਗਾ। ਪਹਿਲੇ ਨੰਬਰ 'ਤੇ ਕੌਣ ਹੈ, ਜਾਪਾਨ। ਦੂਜੇ ਨੰਬਰ 'ਤੇ ਸਿੰਗਾਪੁਰ। ਤੀਜੇ ਨੰਬਰ 'ਤੇ ਸਾਊਥ ਕੋਰੀਆ। ਔਰ ਸਾਡਾ ਇੰਡੀਆ ਕਿੰਨਵੇਂ ਨੰਬਰ 'ਤੇ ਅਸੀਂ ਆਉਂਦੇ ਹਾਂ, ਅਸੀਂ 87 ਨੰਬਰ 'ਤੇ ਆਉਂਦੇ ਹਾਂ। ਬਹੁਤ ਸਾਰੇ ਇੰਡੈਕਸ ਜਾਰੀ ਹੁੰਦੇ ਨੇ, ਠੀਕ ਹੈ। ਫਿਲਹਾਲ ਅਸੀਂ ਅੱਜ ਇੱਕ ਹੀ ਇੰਡੈਕਸ ਪੜ੍ਹ ਰਹੇ ਹਾਂ, ਦੈਟ ਇਜ਼ ਹੈਨਲੀ ਪਾਸਪੋਰਟ ਇੰਡੈਕਸ। ਕੱਲ੍ਹ ਜ਼ਰੂਰ ਪੁੱਛਾਂਗੀ ਮੈਂ, ਤੁਸੀਂ ਆਨਸਰ ਜ਼ਰੂਰ ਦੇਣਾ, ਦੈਟ ਇਜ਼ 87 ਹੈ ਇੰਡੀਆ 'ਤੇ। ਦਿੱਲੀ ਮੋਨੀਟਰਿੰਗ ਐਪ ਸਰਵਿਸ ਮੋਨੀਟਰ। ਸੋ ਦਿੱਲੀ ਮੋਨੀਟਰਿੰਗ ਐਪ ਜੋ ਹੈਗੀ ਹੈ, ਇਹ ਲਾਂਚ ਕੀਤੀ ਗਈ ਸੀ ਦਿੱਲੀ ਦੇ ਵਿੱਚ, ਇੱਦਾਂ ਕਿ ਮੋਨੀਟਰ ਕਰਨ ਦੇ ਲਈ ਸੀ ਕਿ ਸਭ ਕੁਛ ਠੀਕ ਠਾਕ ਚੱਲ ਰਿਹਾ ਨਾ। ਹਾਈਡਰੋਜਨ ਯੂਜ਼ਡ ਫਲਾਈਟ, ਜੋ ਹਾਈਡਰੋਜਨ ਦੇ ਬੇਸ ਫਲਾਈਟ ਨਵੀਂ ਤਿਆਰ ਕੀਤੀ ਗਈ ਸੀ ਉਹ ਦਿੱਲੀ ਦੇ ਵਿੱਚ ਹੀ ਵੂਮੈਨਸ ਕੀ ਹੈ, ਕੈਬ ਚਲਾ ਰਹੀਆਂ ਨੇ। ਨਿਊ ਟਰਮੀਨਲ ਇਨ ਏਅਰਪੋਰਟ, ਇਹ ਕਿੱਥੇ ਲਾਂਚ ਕੀਤਾ ਗਿਆ, ਬੈਂਗਲੋਰ ਦੇ ਵਿੱਚ। ਵਿੰਡ ਐਂਡ ਸੋਲਰ ਏਅਰਪੋਰਟ ਕਿੱਥੇ ਬਣਾਇਆ ਗਿਆ, ਮੁੰਬਈ ਦੇ ਵਿੱਚ। ਖੁੰਜ ਐਪ ਕੇਰਲਾ ਦੇ ਵਿੱਚ, ਜਿਹੜੀ ਸਾਈਬਰ ਸਿਕਿਉਰਿਟੀ ਨਾਲ ਰਿਲੇਟਡ ਹੈਗੀ ਹੈ। CAPF ਆਵਾਸ ਪੋਰਟਲ ਹਾਊਸਿੰਗ ਦੇ ਨਾਲ ਰਿਲੇਟਡ ਸੀ ਕਿ ਅਸੀਂ ਹਾਊਸ ਪ੍ਰੋਵਾਈਡ ਕਰਾਂਗੇ। ਸਾਈਨ ਲਰਨ ਐਪ ਕਿੱਥੇ ਹੈ, ਕਾਹਦੇ ਨਾਲ ਰਿਲੇਟਡ ਹੈਗੀ, NCERT ਦੇ ਨਾਲ ਰਿਲੇਟਡ ਹੈਗੀ ਹੈ, ਜੋ ਫਿਜ਼ੀਕਲੀ ਇੰਪੇਅਰਡ ਨੇ, NCERT ਨਾਲ ਰਿਲੇਟਡ ਹੈਗੀ ਹੈ, ਐਪ ਲਾਂਚ ਕੀਤੀ ਗਈ ਹੈ। ਸੋ ਇਹ ਜੋ ਹੈ ਨਾ, ਇਹ ਵਨ ਲਾਈਨਰ ਨਿਊਜ਼ ਨੇ, ਇਹ ਪਿਛਲੀਆਂ ਨੇ। ਅਗਰ ਤੁਹਾਨੂੰ ਨਹੀਂ ਯਾਦ ਹੋ ਰਹੀਆਂ, ਡੇ ਬਾਈ ਡੇ ਅਸੀਂ ਨਵੀਆਂ ਨਿਊਜ਼ ਪੜ੍ਹਾਂਗੇ, ਤੁਹਾਨੂੰ ਐਡ ਆਨ ਹੁੰਦੀਆਂ ਜਾਣਗੀਆਂ। ਸਟੈਟਿਕ ਹੈ, ਯਾਦ ਤਾਂ ਕਰਨਾ ਪਏਗਾ। ਸੋ ਜੋ ਫਿਜ਼ੀਕਲੀ ਇੰਪੇਅਰਡ ਹੁੰਦੇ ਨੇ, ਜਿਨ੍ਹਾਂ ਨੂੰ ਮਤਲਬ ਕੁਛ ਨਾ ਕੁਛ ਕਮੀ ਹੁੰਦੀ ਹੈ, ਜੋ ਡਿਸੇਬਲ ਹੁੰਦੇ ਆ, ਦੇਖ ਨਹੀਂ ਸਕਦੇ, ਸੁਣ ਨਹੀਂ ਸਕਦੇ, ਉਹਨਾਂ ਨਾਲ ਰਿਲੇਟਡ ਹੈਗੀ ਹੈ। So in which place the Indian Coast Guard ICG has recently commissioned a new advanced light helicopter MK3 Squadron। ਕਹਿੰਦੇ ਕਿ ਇੱਕ ਨਵਾਂ ਹੈਲੀਕਾਪਟਰ ਲਾਂਚ ਕੀਤਾ ਹੈ ਇੰਡੀਅਨ ਕੋਸਟ ਗਾਰਡ ਦੁਆਰਾ, ਔਰ ਉਹਦਾ ਨਾਮ ਕੀ ਹੈ ਹੈਲੀਕਾਪਟਰ ਦਾ, MK3 ਸਕੁਐਡਰਨ। ਸੋ ਇਹ ਕਿੱਥੇ ਲਾਂਚ ਕੀਤਾ ਗਿਆ, ਚੇਨਈ, ਤਮਿਲਨਾਡੂ ਦੇ ਵਿੱਚ। ਸੋ ਇੰਡੀਅਨ ਕੋਸਟ ਗਾਰਡ ਦੁਆਰਾ ਲਾਂਚ ਕੀਤਾ ਗਿਆ। ਇਹਨਾਂ ਦਾ ਐਕਟ ਕਦੋਂ ਆਇਆ ਸੀ, 1977 ਦੇ ਵਿੱਚ, ਔਰ ਬਿੱਲ ਆਇਆ ਸੀ 1977 'ਚ, ਐਕਟ ਬਣ ਗਿਆ 1978 ਦਾ। ਇਹ ਵੀ ਫੋਰਸਿਸ ਨੇ ਸਾਡੀਆਂ। ਔਰ ਇਹ ਜੋ ਹੈਲੀਕਾਪਟਰ ਹੈ, ਇਹ MK3 ਸਕੁਐਡਰਨ, ਜੋ ਹੈਲੀਕਾਪਟਰ ਦਾ ਨਾਮ ਅਸੀਂ ਪੜ੍ਹਿਆ ਹੈ, ਔਰ ਇਹ ਕਿਹਦੇ ਦੁਆਰਾ ਬਣਾਇਆ ਗਿਆ, HAL ਹਿੰਦੁਸਤਾਨ ਦੀ ਕੰਪਨੀ ਹੈ, ਇਹਦੇ ਦੁਆਰਾ ਬਣਾਇਆ ਗਿਆ, ਜਿਹਦਾ ਹੈੱਡਕੁਆਟਰ ਕਿੱਥੇ ਹੈ, ਬੈਂਗਲੋਰ ਦੇ ਵਿੱਚ। ਸੋ ਟੋਟਲ ਕਿਆ ਹੈ, 16 ਅਸੀਂ ਹੈਲੀਕਾਪਟਰ ਬਣਾਵਾਂਗੇ ਇਹਦੇ ਨਾਲ ਦੇ, ਕਿਹਦੇ ਲਈ, ਇੰਡੀਅਨ ਕੋਸਟ ਗਾਰਡ ਦੇ ਲਈ। 2 ਇੰਜਨ ਦੇ ਬੇਸ ਹੈਲੀਕਾਪਟਰ ਹੈਗਾ। ਇੰਡੀਅਨ ਕੋਸਟ ਗਾਰਡ ਯੂਜ਼ ਫਸਟ ਟਾਈਮ ਹੈਲੀਕਾਪਟਰ ਇਨ 1992। ਪਹਿਲੀ ਵਾਰ ਇੰਡੀਅਨ ਕੋਸਟ ਗਾਰਡ 'ਚ ਹੈਲੀਕਾਪਟਰ ਕਦੋਂ ਯੂਜ਼ ਕੀਤਾ ਗਿਆ, 1992 ਦੇ ਵਿੱਚ। ਔਰ ਹੁਣ ਸਾਡੀਆਂ ਪਿਛਲੀਆਂ ਵਨ ਲਾਈਨਰ ਨਿਊਜ਼ ਆ ਗਈਆਂ। ਪ੍ਰਚੰਡ ਨਾਮ ਦਾ ਇੱਕ ਹੈਲੀਕਾਪਟਰ ਹੈ, ਇਹ ਕਿਆ ਏਅਰਕ੍ਰਾਫਟ ਹੈ। ਅਪਾਚੇ ਨਾਮ ਦਾ ਹੈਲੀਕਾਪਟਰ ਅਸੀਂ ਕਿੱਥੋਂ ਟੈਕਨੋਲੋਜੀ ਲਈ ਹੈ, ਕਿੱਥੋਂ ਲਿਆ, USA ਵਾਲਿਆਂ ਨੇ ਸਾਨੂੰ ਦਿੱਤਾ ਹੈ। ਚਿਨੋਕ USA ਵਾਲਿਆਂ ਨੇ ਦਿੱਤਾ ਹੈਗਾ। ਜੋ ਹਲ ਕੰਪਨੀ ਹੈਗੀ, ਇਹਦਾ ਹੈੱਡਕੁਆਟਰ ਕਿੱਥੇ ਹੈ, ਬੈਂਗਲੋਰ ਦੇ ਵਿੱਚ ਹੈ। ਔਰ ਇਹਦੀ ਸਭ ਤੋਂ ਵੱਡੀ ਯੂਨਿਟ ਕਿੱਥੇ ਹੈਗੀ, ਲਖਨਊ ਦੇ ਵਿੱਚ। ਡਰੋਨੀ ਨਾਮ ਦਾ ਇੱਕ ਡਰੋਨ ਹੈਗਾ, ਜਿਹੜਾ ਗਰੂਡ ਨਾਮ ਦੀ ਪ੍ਰਾਈਵੇਟ ਕੰਪਨੀ ਹੈਗੀ ਹੈ। ਮਹਿੰਦਰ ਸਿੰਘ ਧੋਨੀ ਜੀ ਇਹਦੇ ਕੀ ਹੈ, ਅੰਬੈਸਡਰ ਨੇ। ਡਰੋਨਾਇਰ ਇਹ ਕਿਆ ਹੈ, ਇਹ ਇੱਕ
ਇਹ ਡਰੋਨ ਹੈ ਜਿਹੜਾ ਕਿ ਅਸੀਂ ਸ਼੍ਰੀਲੰਕਾ ਨੂੰ ਬਣਾ ਕੇ ਦੇ ਰਹੇ ਹਾਂ 2। HAL ਹਲ ਧਰੁਵ, ਇਹ ਵੀ ਇੱਕ ਹੈਲੀਕਾਪਟਰ ਜੋ ਰੁਦਰ ਦੇ ਨਾਲ ਰਿਲੇਟਡ ਹੈਗਾ ਹੈ, ਐਡਵਾਂਸ ਵਰਜਨ ਹੈਗਾ ਰੁਦਰ ਦਾ। ਹਲ ਚੀਤਾ, ਇਹ ਵੀ ਹੈਲੀਕਾਪਟਰ ਜਿਹੜਾ ਏਅਰ ਇੰਡੀਆ ਸ਼ੋਅ ਦੇ ਵਿੱਚ ਵਰਤਿਆ ਗਿਆ, ਕਿੱਥੇ, ਬੈਂਗਲੋਰ ਦੇ ਵਿੱਚ। ਪਿਛਲੀਆਂ ਨਿਊਜ਼ ਨੇ ਸਟੈਟਿਕ ਨੇ, 1 ਲਾਈਨਰ ਨੇ, ਤੁਸੀਂ ਐਵੇਂ ਹੀ ਯਾਦ ਕਰ ਲੈਣੀ ਹੈ। ਅਗਲੀ ਨਿਊਜ਼ ਆਉਂਦੀ ਹੈ ਅਪੋਇੰਟਡ ਐਜ਼ ਚੇਅਰਪਰਸਨ ਆਫ ਨੈਸ਼ਨਲ ਸਟੈਟਿਕਲ ਕਮਿਸ਼ਨ। ਕਹਿੰਦੇ ਹੁਣ ਜੀ ਅਸੀਂ ਨੈਸ਼ਨਲ ਸਟੈਟਿਕਲ ਕਮਿਸ਼ਨ ਦਾ ਚੇਅਰਪਰਸਨ ਕਿਸ ਨੂੰ ਬਣਾਇਆ ਗਿਆ? ਰਾਜੀਵ ਲਕਸ਼ਮਣ ਕਰਾਦੀਕਰ। ਰਾਜੀਵ ਲਕਸ਼ਮਣ ਕਰਾਦੀਕਰ ਨੂੰ ਅਸੀਂ ਕੀ ਐਜ਼ ਏ ਚੇਅਰਪਰਸਨ ਆਫ ਨੈਸ਼ਨਲ ਸਟੈਟਿਕਲ ਕਮਿਸ਼ਨਰ ਦਾ ਚੇਅਰਪਰਸਨ ਬਣਾਇਆ ਗਿਆ। ਅਪੋਇੰਟਮੈਂਟ ਹੋਈ ਹੈ, ਤੁਹਾਨੂੰ ਪਤਾ ਨਾ, ਬੁੱਕਸ ਜੇ ਔਥਰ ਹੋ ਗਏ, ਅਪੋਇੰਟਮੈਂਟ ਹੋ ਗਈ, ਕੌਣ ਮਰ ਗਿਆ ਹੈ, ਕਿਹਨੂੰ ਅਪੋਇੰਟ ਕੀਤਾ ਗਿਆ, ਇਹ ਤਾਂ ਸਭ ਸਾਨੂੰ ਯਾਦ ਹੀ ਕਰਨਾ ਪੈਣਾ ਹੈ। ਰਿਵੀਜ਼ਨ ਕਰੋਗੇ ਬਾਰ-ਬਾਰ, ਨੋਟਸ ਬਣਾ ਲਓ ਤੁਸੀਂ, ਹਰ ਰੋਜ਼ ਰਿਵਾਈਜ਼ ਕਰੋ 5 ਮਿੰਟ, ਜੋ ਸਵੇਰੇ ਉੱਠਦੇ ਹੋ 5 ਮਿੰਟ ਰਾਤ ਨੂੰ ਸੌਣ ਤੋਂ ਪਹਿਲਾਂ ਕਰ ਲਓ ਰਿਵਾਈਜ਼। ਨਾਮ ਨਹੀਂ ਯਾਦ ਤਾਂ ਐਵੇਂ ਹੀ ਕਰਨੇ ਪੈਣੇ ਆ। ਨੈਸ਼ਨਲ ਸਟੈਟਿਕਲ ਕਮਿਸ਼ਨਰ ਨੇ ਕਿਹਨੂੰ ਅਪੋਇੰਟ ਕੀਤਾ ਗਿਆ? ਰਾਜੀਵ ਲਕਸ਼ਮਣ ਕਰਾਦੀਕਰ ਨੂੰ। ਔਰ ਸਟੈਟਿਕਲ ਡੇ ਕਦੋਂ ਮਨਾਇਆ ਜਾਂਦਾ? 29 ਜੂਨ ਨੂੰ। ਜਿੱਦਾਂ ਸਾਡੇ 5 ਈਅਰ ਪਲਾਨ ਸੀ ਨਾ, ਔਰ ਲਾਸਟ 5 ਈਅਰ ਪਲਾਨ ਕਦੋਂ ਸੀ? 2012 ਤੋਂ ਲੈ ਕੇ 17 ਦੇ ਵਿੱਚ। ਉਹਦੇ ਵਿੱਚ ਜਿਹੜਾ 2nd ਨੰਬਰ 'ਤੇ ਸੀ ਨਾ, PC ਮਹਿਲ ਜੀ ਨੇ ਲਾਂਚ ਕੀਤਾ ਸੀ, ਫਾਦਰ ਆਫ ਸਟੈਟਿਕਲ ਫਸਟ ਇੰਸਟੀਚਿਊਟ ਫॉर ਸਟੈਟਿਕਲ ਨੈਸ਼ਨਲ ਸਟੈਟਿਕਲ ਡੇ, ਔਰ ਸਭ ਕੁਛ ਇਹਦੇ ਅੰਡਰ ਹੀ ਹੈ। ਔਰ ਅਪੋਇੰਟਮੈਂਟ ਮੇਨਲੀ ਸਾਡੀ ਨਿਊਜ਼ ਹੈ ਕਿ ਰਾਜੀਵ ਲਕਸ਼ਮਣ ਜੀ ਨੂੰ ਅਪੋਇੰਟ ਕੀਤਾ ਗਿਆ, ਕਿੰਨੇ ਸਾਲ ਦੇ ਲਈ? 3 ਸਾਲ ਦੇ ਲਈ। ਔਰ ਇਹ ਜੋ ਹੈਗੀ ਸੈਲਫ ਡਿਪੈਂਡੈਂਟ ਹੈਗੀ ਹੈ। ਔਰ ਰੰਗ ਰਾਜਨ ਕਮੇਟੀ ਦੀ ਰੈਕਮੈਂਡੇਸ਼ਨ ਦੇ ਆਧਾਰ 'ਤੇ ਇਹ ਇੱਕ ਔਰਗਨਾਈਜੇਸ਼ਨ ਬਣਾਈ ਗਈ, ਜਿਹਦੇ ਵਿੱਚ ਅਸੀਂ ਹਰ ਇੱਕ ਸੋਲਿਊਸ਼ਨ ਸਟੈਟਿਕਲ ਨਾਲ ਡਾਟਾ ਉਹ ਕਲੈਕਟ ਕਰਦੇ ਨੇ ਲੋਕਾਂ ਤੋਂ, ਫਿਰ ਉਹਦੇ ਨਾਲ ਰਿਲੇਟਡ ਜਿੰਨੀਆਂ ਪ੍ਰੋਬਲਮਸ ਸਾਰੀਆਂ ਇਸ ਸਟੈਟਿਕਲ ਡਿਪਾਰਟਮੈਂਟ ਕੋਲ ਜਾਂਦੀਆਂ ਨੇ। 1 ਜੂਨ 2005 ਨੂੰ ਨੈਸ਼ਨਲ ਸਟੈਟਿਕਲ ਕਮਿਸ਼ਨਰ ਫਾਰਮ ਹੋਏਗਾ। ਇਹਦਾ ਹੈੱਡਕੁਆਟਰ ਕਿੱਥੇ? ਨਿਊ ਦਿੱਲੀ ਦੇ ਵਿੱਚ। ਪਹਿਲੀ ਵੂਮੈਨ ਕਿਹੜੀ ਹੈਗੀ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਵਿੱਚ? ਵੂਮੈਨ ਪ੍ਰੈਜ਼ੀਡੈਂਟ PT ਊਸ਼ਾ ਜੀ। ਔਰ ਨਿਸ਼ਚੇ ਮਿੱਤਰਾ ਅੰਬੈਸਡਰ ਨੇ ਦੀਪਾ ਮਲਿਕ। ਨਿਊ ਪ੍ਰੈਜ਼ੀਡੈਂਟ ਆਫ AAI ਪ੍ਰਸ਼ਾਂਤ ਜੀ। ਔਰ ਅਰਬਨ ਗੱਭਰੂ ਕੀ ਹੈ? ਸੂਰਿਆ ਕੁਮਾਰ। ਔਰ ਨਿਊ ਚੀਫ ਜਸਟਿਸ ਆਫ ਇੰਡੀਆ, ਹੁਣ ਫਿਲਹਾਲ ਹੀ ਸਾਡੇ ਚੀਫ ਜਸਟਿਸ ਆਫ ਇੰਡੀਆ 50th ਨੰਬਰ ਦੇ ਕੌਣ ਬਣੇ? DY ਚੰਦਰਾ ਜੀ। ਜਿੱਦਾਂ ਕਿ SSC ਦੇ ਪੇਪਰ ਇਸ ਟਾਈਮ 'ਤੇ ਚੱਲ ਰਹੇ ਆ, SSC ਦੇ ਐਗਜ਼ਾਮ ਵਿੱਚ ਇਹ ਪੁੱਛਿਆ ਗਿਆ ਹੈ। ਦੀ ਚਿਪਕੋ ਮੂਵਮੈਂਟ ਜੋ ਸੀ, ਇਹਦੇ ਨਾਲ ਬੁੱਕ ਬਣਾਈ ਗਈ ਹੈ, ਬੁੱਕ ਲਿਖੀ ਗਈ ਹੈ, ਕਿਸ ਨੇ ਲਿਖੀ ਹੈਗੀ? ਸ਼ੇਖਰ ਪਾਠਕ ਨੇ। ਔਰ ਬੁੱਕ ਬਹੁਤ ਹੀ ਇੰਪੋਰਟੈਂਟ ਹੈ। ਚਿਪਕੋ ਅੰਦੋਲਨ ਤੁਸੀਂ ਸੁਣਿਆ ਹੀ ਹੋਣਾ ਕਿ ਉੱਥੋਂ ਦੇ ਲੋਕਾਂ ਨੇ ਕੀ ਕੀਤਾ ਸੀ? ਦਰਖਤ ਨੂੰ ਜੱਫੀਆਂ ਪਾ ਲਈਆਂ ਸੀ, ਤਾਂ ਜੋ ਕਿ ਉਹ ਉਹਨਾਂ ਨੂੰ ਬਚਾ ਸਕਣ, ਕਿ ਬਿਕੋਜ਼ ਦਰਖਤ ਹੀ ਹੋਣਗੇ ਜੋ ਸਾਡੇ ਬੈਲੈਂਸ ਬਣਾ ਕੇ ਰੱਖਦੇ ਨੇ ਬਾਇਓਡਾਇਵਰਸਿਟੀ ਦੇ ਵਿੱਚ, ਜੋ ਸੰਤੁਲਨ ਬਣਿਆ ਰਹਿੰਦਾ ਸਾਡਾ ਜੀਵਨ, ਇਹਨਾਂ ਕਰਕੇ ਹੀ ਹੈਗਾ, ਤਾਂ ਕਰਕੇ ਦਰਖਤ ਨਾ ਵੱਢੋ। ਇਹਦੇ ਲਈ ਚਿਪਕੋ ਅੰਦੋਲਨ ਸਟਾਰਟ ਹੋਇਆ ਸੀ। ਸੋ ਇਹਦੇ ਨਾਲ ਰਿਲੇਟਡ ਇੱਕ ਬੁੱਕ ਲਿਖੀ ਆ, ਔਥਰ ਦਾ ਨਾਮ ਹੈਗਾ ਸ਼ੇਖਰ ਪਾਠਕ ਨੇ। ਔਰ ਤੁਸੀਂ ਤੁਹਾਨੂੰ ਪਤਾ ਹੈ ਬੁੱਕ ਐਂਡ ਔਥਰ ਆਉਂਦੇ ਨੇ, ਸੋ ਇਹ ਉਹਦੇ ਨਾਲ ਰਿਲੇਟਡ ਨਿਊਜ਼ ਹੈਗੀ ਹੈ। ਬੋਰਿੰਗ ਲੱਗ ਰਿਹਾ ਹੈ ਲੇਕਿਨ ਪਰ ਤੁਹਾਨੂੰ ਪੜ੍ਹਨਾ ਪੈਣਾ ਹੈ। ਨਵੀਨ ਪਾਠਕ ਜੀ ਕਿਆ ਹੈ? ਉੜੀਸਾ ਦੇ CM ਨੇ। ਅਮਿਤ ਸ਼ਾਹ ਜੀ ਕੀ ਨੇ? ਹੋਮ ਅਫੇਅਰ ਮਿਨਿਸਟਰ ਨੇ। ਸ਼ਸ਼ੀ ਥਰੂਰ ਇਹਨਾਂ ਨੇ, ਇਹ ਵੀ ਬੁੱਕ ਦੇ ਔਥਰ ਨੇ। ਔਰ ਅਨੁਰਾਗ ਠਾਕੁਰ ਜੀ ਕੌਣ ਸੇ? ਸਪੋਰਟਸ ਮਿਨਿਸਟਰ ਨੇ। ਔਰ ਜੋ ਅਸੀਂ ਨਾਮ ਲਿਆ ਨਾ ਔਥਰ ਦਾ, ਦੈਟ ਇਜ਼ ਸ਼ੇਖਰ ਪਾਠਕ ਜੀ, ਜਿਹਨਾਂ ਚਿਪਕੋ ਅੰਦੋਲਨ ਮੂਵਮੈਂਟ ਲਿਖਿਆ। ਇਹਨਾਂ ਨੂੰ ਇੱਕ ਪ੍ਰਾਈਜ਼ ਵੀ ਦਿੱਤਾ ਗਿਆ, ਦੈਟ ਇਜ਼ ਕਮਲਾ ਦੇਵੀ ਚਟੋਪਾਧਿਆਏ NIF ਪ੍ਰਾਈਜ਼। ਜੋ ਕਮਲਾ ਦੇਵੀ ਚਟੋਪਾਧਿਆਏ ਜੀ ਕੌਣ ਸੀ? ਇਹ ਫਰੀਡਮ ਫਾਈਟਰ ਸੀ। ਇਹਦੇ ਵਿੱਚ ਕਿਆ ਪ੍ਰਾਈਜ਼ ਮਨੀ 15 ਲੱਖ ਰੁਪਏ ਦਿੱਤੀ ਜਾਂਦੀ ਹੈ, ਫਰੀਡਮ ਮੂਵਮੈਂਟ ਦੇ ਨਾਲ ਰਿਲੇਟਡ ਹੁੰਦਾ ਹੈ। ਔਰ 2021 ਦੇ ਵਿੱਚ ਦਨਿਆਲ ਪਟੇਲ ਜੀ ਵਿਨਰ ਸਨ। 2020 ਦੇ ਵਿੱਚ ਅਮਿਤ ਉਹ ਜੀ ਹੁਣ ਸਾਡੇ ਬੁੱਕ ਦੇ ਔਥਰ ਵਾਲੇ। ਚਿਪਕੋ ਮੂਵਮੈਂਟ ਸਟਾਰਟ ਹੋਇਆ ਸੀ ਕਿਹੜੇ ਡਿਸਟ੍ਰਿਕਟ ਤੋਂ? ਚਮੋਲੀ ਡਿਸਟ੍ਰਿਕਟ ਤੋਂ। ਚਮੋਲੀ ਡਿਸਟ੍ਰਿਕਟ ਕਿਹੜੇ ਸਟੇਟ ਦੇ ਵਿੱਚ ਆਉਂਦਾ ਹੈ? ਦੈਟ ਇਜ਼ ਉੱਤਰਾਖੰਡ ਦੇ ਵਿੱਚ। ਨਰਮਦਾ ਬਚਾਓ ਮੂਵਮੈਂਟ ਜਿਹੜੀ ਸੀ ਉਹ ਕਿੱਥੋਂ ਸਟਾਰਟ ਹੋਈ ਹੈ? ਗੁਜਰਾਤ ਦੇ ਵਿੱਚ। ਵਿਟਲੇ ਅਵਾਰਡ 2022 ਸਨੋ ਲੈਪਰਡ ਨੂੰ ਬਚਾਉਣ ਲਈ ਕਿਹਨੇ ਕੀਤਾ ਹੈ? ਦੈਟ ਇਜ਼ ਚਾਰੋਦਤ ਮਿਸ਼ਰਾ ਜੀ। ਔਰ ਚੈਂਪੀਅਨਸ ਅਵਾਰਡ ਕਿਹਨੂੰ ਮਿਲਿਆ ਹੈ? ਅਸਾਮ ਐਕਟਿਵਿਸਟ ਪੂਰਨਿਮਾ ਦੇਵੀ ਨੂੰ। ਮਿਸ ਅਰਥ ਅਵਾਰਡ ਸਾਊਥ ਕੋਰੀਆ ਦੀ ਮਿਨਾ ਸੋਈ ਚੋਈ ਨੂੰ ਮਿਲਿਆ ਹੈ। ਇੱਕ ਅਵਾਰਡਸ ਨੇ ਜਿਨ੍ਹਾਂ ਦਿੱਤੇ ਗਏ ਨਾਮ ਐਜ਼ ਇਟ ਇਜ਼ ਸਾਨੂੰ ਯਾਦ ਕਰਨੇ ਹੀ ਪੈਣੇ ਆ। ਪਰਸਨੈਲਿਟੀ ਆਫ ਦੀ ਵੂਮਨ ਇਨ ਪੈਰਾ ਅਵਨੀ ਜੀ ਨੂੰ। ਯੂਨੈਸਕੋ ਅਵਾਰਡ ਛਤਰਪਤੀ ਸ਼ਿਵਾਜੀ ਟਰਮੀਨਲ ਨੂੰ ਦਿੱਤਾ ਗਿਆ। ਕੁੰਮੇਵੀ ਨੈਸ਼ਨਲ ਅਵਾਰਡ ਕੰਨੜ ਲੈਂਗੁਏਜ ਦੇ ਵਿੱਚ ਦਿੱਤਾ ਗਿਆ। ਔਰ ਅੱਗੇ ਸਾਡੀ ਨਿਊਜ਼ ਆ ਗਈ ਹੈ ਸਾਡੀ ਕ੍ਰਿਕਟ ਦੇ ਬਾਰੇ। ਸਪੋਰਟਸ ਵਿੱਚੋਂ ਵੀ ਕੁਐਸਚਨ ਇੱਕ ਪੱਕਾ ਹੀ ਹੁੰਦਾ ਹੈ, ਸੋ ਜ਼ਰੂਰ ਦੇਖਣਾ। ਮੈਨੂੰ ਵੀ ਬੋਰਿੰਗ ਲੱਗ ਰਿਹਾ ਹੈ ਬਿਕੋਜ਼ ਆਈ ਡੋਂਟ ਲਾਈਕ ਸਪੋਰਟਸ, ਲੇਕਿਨ ਸਾਨੂੰ ਪੜ੍ਹਨਾ ਤਾਂ ਪੈਣਾ ਹੈ ਬਿਕੋਜ਼ ਸਪੋਰਟਸ ਦੇ ਵਿੱਚ ਸਾਡੇ ਕੁਐਸਚਨ ਪੱਕੇ ਹੁੰਦੇ ਨੇ।
थर्ड T20 वर्ल्ड कप क्रिकेट टूर्नामेंट फॉर ब्लाइंड टू बी हैल्ड इन। तीसरी वारी हो रहा है कि T20 वर्ल्ड कप वाले ने एक क्रिकेट टूर्नामेंट अनाउंस किया है कि ਜਿਹੜੇ कि देख नहीं सकते उन्होंने बंदियां दे लिए ब्लाइंड पीपल्स के लिए इंडिया ਦੇ ਵਿੱਚ ਕੀਤਾ जा रहा, तीसरी बार हो रहा और ये एंबेसडर कौन ने? युवराज सिंह जी। सो 5 to 6 17 दिसंबर ਦੇ ਵਿੱਚ ਹੋਏਗਾ। 9 सिटीज़ टोटल होंगे और 150 प्लेयर्स ये होंगे अलग अलग जो कंट्रीज़ तो आए होंगे। और वर्ल्ड डिसेबिलिटी डे कदों मनाया जाता? 3 दिसंबर ਨੂੰ। ਹੁਣ ਤਾਂ मैं ਤੁਹਾਡੇ ਤੋਂ क्वेश्चन कर ही सकती हाँ ना, पर चलो फटाफट मैंने दसो 4 दिसंबर ਨੂੰ ਕਿਹੜਾ दिन मनाया जाता है? हाँ जी, रिकॉल करो, अज ही पढ़ के हटे हाँ सी। 4 दिसंबर ਨੂੰ नेवी डे मनाया जाता है। और 1 दिसंबर ਨੂੰ 5 दिसंबर ਨੂੰ सॉइल डे। हर एक तुसी याद रखना है, अगर नहीं याद हो रहा तो लिख के रख लो। 3 दिसंबर विच ऐड ऑन जरूर कर लेना, दैट इज़ वर्ल्ड डिसेबिलिटी डे। T20 वर्ल्ड कप जो कितने होया सी आस्ट्रेलिया दे विच, विनर कौन रहा है? इंग्लैंड। रनर अप पाकिस्तान रहा है। चैंपियंस इन डोमैसटिक सर्किट, रणजी ट्रॉफी किसनों मिली है? मध्य प्रदेश नूं। सैयद मुश्ताक अली ट्रॉफी मुंबई नूं। विजैक हाशरे ट्रॉफी सौराष्ट्र नूं। फीफा वर्ल्ड कप 2022 स्टेप हैनले प्रैफर्ड टू बी फस्ट वूमेन रैफरी। पहली बारी की होया कि वूमन रैफरी रखी गई है कि फीफा वर्ल्ड कप 2022 दे विच, और लड़की का नाम है दैट इज़ स्टैपले फ्रैगमेंट। ऋतुराज गैकवर्ड स्मैशेस 7 सिक्सेस इन एन ओवर टू मेक वर्ल्ड रिकॉर्ड। 7 गेंदा, एक ओवर 7 गेंदा होंदियां ने, 7 गेंदा दे विच ही छक्के मार दिते हर एक गेंद ते, और बंदे का नाम है दैट इज़ ऋतुराज। इंडियन बॉक्सर ने क्या किया है? उन्होंने गोल्ड मैडल जितया है वर्ल्ड बॉक्सिंग चैंपीयनशिप 2022 दे विच। क्रिस्टियानो रोनाल्डो बिकम्स फर्स्ट मेल प्लेयर टू स्कोर इन 5 वर्ल्ड गेम कप्स। और लेटेस्ट स्पोर्ट्स परसनैलिटी जिन्होंने रिटायरमेंट ले लिया दैट इज़ रॉजर फेडरर टेनिस तो, मिताली राज क्रिकेट तो, सेरेना विलियम्स टेनिस तो, रॉबिन जी क्रिकेट तो। और 12th नंबर का एडिशन अग्नि वॉरियर जो बाईलैटरल डिफेंस एक्सरसाइज हुई है इंडिया सिंगापुर के विचकार होंगी है। और ये कुछ एक्सरसाइज ने दैट इज़ हरी माउस शक्ति 2022 मलेशिया के नाल एक्सरसाइज है। ऑस्ट्रा हिंद इंडिया आस्ट्रेलिया के नाल एक्सरसाइज होंगी। एक्सरसाइज सुदर्शन प्रहार डोमैसटिक एक्सरसाइज हैगी साडी इत्थों दी ही। गरुड़ शक्ति एक्सरसाइज हैगी इंडियन इंडोनेशिया के नाल। युद्ध अभ्यास इंडिया USA के नाल। सिम्बैक सिंगापुर के नाल। कोस्टल रेड सैंड ड्यून्स इरामाटी डिब्बू एट तमिलनाडु की सीगी एक आर्कियोलॉजिकल अगे लिखा है दैट इज़ ASI आर्कियोलॉजिकल सर्वे ऑफ इंडिया। 1861 बनया सी। जेडे की करते हैं साड़ी किसी कोई भी चीज़ हैगी जी कि हिस्टोरिकल हैरीटेज कल्चर ट्रैडिशनल कोई भी ये इंपोर्टेंस होंगी सी उन्होंने की है संभाल के रख लैंने कि साढ़े पूर्वजां दा है। बहुत पुरानी चीज़ में संभाल के रखते हैं। इवें क्या है कि रेत के टिब्बे मिले है जोड़े कि रैड कलर के ने, और कित्थे मिले? तमिलनाडु के मिले है। और तमिलनाडु के कुछ खास जगहों के नाम लिखे ने, तुसीं एवें रीड आउट कर लेना। थैंक यू और फॉर वॉचिंग एंड चैनल सबसक्राइब जरूर करेगा। असीं डेली पढ़ांगे। अज थोड़ा शायद लिटिल बिट एंड च बोरिंग लग्या होएगा बिकॉज तुसीं पहलां नहीं न्यूज़ पढ़ियां ने, कुछ रैपीटेशन चल रही है, हर रोज़ एड ऑन होंदा जाएगा, रिवीजन चलेगी, सब कुछ अपने आप सब सैट हो जाएगा। सो थैंक यू एंड जेड़े चाहते हैं कि असीं NCERT चैप्टर वाइज पढ़ावां ਉਹ ਤੁਸੀਂ कमेंट सैक्शन जरूर दस्सिओ बिकॉज मैं फिर डेली का डेली वो भी वीडियो अपलोड करांगी जरूर अपने ही इस चैनल पे। थैंक यू, बाय बाय।